ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਈਮਾਨ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਵਿੱਚ ਸਾਹਿਬ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ। ਇਹ ਸ਼ਲੋਕ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ, ਜੋ ਕਿ ਸਾਹਿਬ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਉਚਾਰਨ ਕੀਤੀ ਹੋਈ ਵਾਰ ਦੇ ਨਾਲ ਇਹ ਸ਼ਲੋਕ ਦਰਜ ਹੈ। ਕਿਉਂਕਿ ਵਾਰ ਦਾ ਅਸਲੀ ਰੂਪ ਪੌੜੀਆਂ ਹੀ ਹੁੰਦੀਆਂ ਨੇ, ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੌੜੀਆਂ ਦੇ ਨਾਲ ਸ਼ਲੋਕ ਦਰਜ ਕੀਤੇ। ਔਰ ਇਹ ਪਾਵਨ ਪਵਿੱਤਰ ਸ਼ਲੋਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 83 ਦੇ ਉੱਪਰ ਸਭਾਇਮਾਨ ਹੈ। ਇਸ ਸ਼ਲੋਕ ਦੇ ਸੰਬੰਧ ਵਿੱਚ ਸਾਖੀਕਾਰਾਂ ਨੇ ਇੱਕ ਸਾਖੀ ਲਿਖੀ। ਜਦੋਂ ਗੁਰੂ ਅੰਗਦ ਦੇਵ ਜੀ ਮਾਈ ਵਰਾਈ ਦੇ ਘਰ ਗੁਪਤ ਹੋ ਬੈਠੇ ਅਤੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਸਨ, ਇਸ ਲਈ ਵੈਰਾਗ ਵਿੱਚ ਆਏ ਗੁਰੂ ਅੰਗਦ ਦੇਵ ਜੀ ਇਕਾਂਤਵਾਸ ਚਲੇ ਗਏ। ਉਹ ਕਿਸੇ ਨੂੰ ਨਹੀਂ ਸਨ ਮਿਲਦੇ। ਬਾਬਾ ਬੁੱਢਾ ਜੀ ਨੂੰ ਸੰਗਤਾਂ ਦੇ ਨਾਲ ਲੱਭਦਿਆਂ ਲੱਭਦਿਆਂ ਸਤਿਗੁਰੂ ਜੀ ਦੀ ਭਾਲ ਕਰਦਿਆਂ ਹੋਇਆਂ ਮਾਤਾ ਵਰਾਈ ਜੀ ਦੇ ਘਰ ਪੁੱਜੇ। ਸਤਿਗੁਰੂ ਗੁਰੂ ਅੰਗਦ ਦੇਵ ਜੀ ਨੂੰ ਲੱਭ ਲਿਆ ਅਤੇ ਜਦੋਂ ਬਾਹਰ ਆਉਣ ਲਈ ਬੇਨਤੀ ਕੀਤੀ ਤਾਂ ਸਤਿਗੁਰਾਂ ਨੇ ਇਹ ਵਾਲਾ ਜਿਹੜਾ ਸ਼ਲੋਕ ਹੈ ਉਚਾਰਿਆ। ਇਸ ਸ਼ਲੋਕ ਵਿੱਚੋਂ ਅਰਥ ਇਹ ਕੱਢੇ ਗਏ ਕਿ ਪਿਆਰੇ ਤੋਂ ਪਹਿਲਾਂ ਹੀ ਮਰ ਜਾਣਾ ਚਾਹੀਦਾ ਹੈ, ਪਿੱਛੇ ਜੀਵਨਾ ਫਿਟਕਾਰਯੋਗ ਹੈ। ਪਰ ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਗੁਰੂ ਅੰਗਦ ਦੇਵ ਜੀ ਤਾਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 12 ਸਾਲ 9 ਮਹੀਨੇ 17 ਦਿਨ ਸੰਸਾਰ 'ਤੇ ਰਹੇ। ਕੀ ਗੁਰੂ ਜੀ ਦੇ ਬਚਨ ਸਿਰਫ ਕਹਿਣ ਮਾਤਰ ਹੀ ਹਨ, ਜਾਂ ਇਹ ਕੋਈ ਕਾਵਿ ਰਚਨਾ ਥੋੜ੍ਹਾ ਹੈ? ਨਹੀਂ ਭਾਈ, ਇਹ ਤਾਂ ਧੁਰ ਕੀ ਬਾਣੀ ਹੈ। ਇਹ ਮਨੁੱਖਾ ਜੀਵਨ ਵਿੱਚ ਸੇਧ ਦਿੰਦੀ ਹੈ। ਇਸੇ ਸ਼ਬਦ ਨੂੰ ਕਮਾ ਕੇ ਤਾਂ ਸਿੱਖ ਨੇ ਭਵ ਸਾਗਰ ਪਾਰ ਕਰਨਾ ਹੈ। ਅਸਲ ਵਿੱਚ ਪਾਸ਼ੇ ਦਾ ਅਰਥ ਕਰਨ ਤੋਂ ਪਹਿਲਾਂ ਸਾਖੀਕਾਰ ਆਗੇ ਦਾ ਅਰਥ ਵਿਚਾਰ ਲੈਂਦੇ ਤਾਂ ਚੰਗਾ ਸੀ, ਫਿਰ ਇਹ ਭੁੱਲ ਨਹੀਂ ਸੀ ਹੋਣੀ। ਇਸ ਤਰ੍ਹਾਂ ਵੀ ਆਪਾਂ ਬਚਨ ਪੜ੍ਹਦੇ ਹਾਂ, ਗੁਰਪੂਰਾ ਆਰਾਧ ਬਿਖਮ ਦਲ ਫੋੜੀਏ, ਹਉ ਤਿਸੇ ਆਗੇ ਦਿਨ ਰਾਤ ਰਹਾਂ ਕਰ ਜੋੜੀਏ। ਤਾਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਉਪਦੇਸ਼ ਕਰ ਰਹੇ ਨੇ, ਆਗੇ ਦਾ ਅਰਥ ਹੈ ਹਜ਼ੂਰੀ ਵਿੱਚ, ਮਰ ਚਲ ਗਏ ਦਾ ਅਰਥ ਹੈ ਮਿਟ ਕੇ। ਇਸ ਵਿਚਾਰ ਨੂੰ ਹੋਰ ਖੋਲ੍ਹਣ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਦਾ ਪਾਠ ਕਰੀਏ, ਜਿਸ ਵਿੱਚ ਭਾਈ ਸਾਹਿਬ ਨੇ ਕਿਹਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪਉ ਖੂਮਣਾ, ਗੋਲਾ ਮੁੱਲ ਖਰੀਦ ਕਾਰੈ ਜੋਵਣਾ, ਨਾ ਤਿਸ ਭੂਖ ਨਾ ਨੀਂਦ ਨਾ ਖਾਣਾ ਸੋਵਣਾ, ਪੀਹਨ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪਗ ਮਲ ਧੋਵਣਾ, ਸੇਵਕ ਹੋਏ ਸਜੀਦ ਨਾ ਹੱਸਣ ਰੋਵਣਾ, ਦਰ ਦਰ ਵੇਸ ਰਸੀਦ ਪਿਨਮ ਰਸ ਭੋਵਣਾ, ਚੰਦ ਮੁਬਾਰਕ ਈਦ ਭੁੱਗ ਖਲੋਵਣਾ। ਕੀ ਮਰਿਆ ਮੁਰਦਾ ਸਿੱਖ ਹੋ ਸਕਦਾ ਹੈ? ਨਹੀਂ, ਇਹ ਤਾਂ ਸੰਕੇਤ ਸੀ ਜਿਸ ਨੂੰ ਸਮਝਣ ਦੀ ਲੋੜ ਸੀ ਕਿ ਕੋਈ ਆਪਣੀ ਹਉਮੈ ਮੁਕਾ ਲਵੇ, ਮੁਰਦੇ ਵਰਗਾ ਸੰਤੋਖੀ ਤੇ ਸਬਰ ਵਾਲਾ ਹੋਵੇ। ਮਹਾਨ ਵਿਦਵਾਨ ਆਲਮ ਰੂਮੀ ਇੱਕ ਕਥਾ ਲਿਖਦੇ ਨੇ
ਇੱਕ ਸੌਦਾਗਰ ਈਰਾਨ ਤੋਂ ਹਿੰਦੁਸਤਾਨ ਆਇਆ। ਵਾਪਸੀ 'ਤੇ ਇੱਕ ਸਿੱਖਿਆ ਹੋਇਆ ਤੋਤਾ ਨਾਲ ਲੈ ਗਿਆ। ਜਦੋਂ ਫਿਰ ਉਹ ਹਿੰਦੁਸਤਾਨ ਆਉਣ ਲੱਗਾ ਤਾਂ ਉਸ ਤੋਤੇ ਨੂੰ ਕਹਿਣ ਲੱਗਾ, ਮੈਂ ਤੇਰੇ ਦੇਸ਼ ਜਾ ਰਿਹਾ ਹਾਂ ਅਤੇ ਤੇਰੇ ਭਰਾ ਉੱਥੇ ਮਿਲਣਗੇ। ਜੇ ਉਹਨਾਂ ਨੂੰ ਕੋਈ ਸੰਦੇਸ਼ਾ ਭੇਜਣਾ ਹੈ ਮੈਨੂੰ ਦੱਸ ਦੇ। ਤੋਤੇ ਨੇ ਕਿਹਾ, ਮੇਰੇ ਭਾਈਆਂ ਨੂੰ ਕਹਿਣਾ ਤੁਹਾਡਾ ਵਿਛੜਿਆ ਪਰਦੇਸੀ ਭਰਾ ਤੁਹਾਨੂੰ ਸਲਾਮ ਕਹਿੰਦਾ ਸੀ। ਸੌਦਾਗਰ ਨੇ ਕਿਹਾ, ਮੈਂ ਤੇਰੀ ਸਲਾਮ ਤੇਰੇ ਭਰਾਵਾਂ ਨੂੰ ਪਹੁੰਚਾ ਦੇਵਾਂਗਾ। ਸੌਦਾਗਰ ਹਿੰਦੁਸਤਾਨ ਆਇਆ। ਉਸਨੇ ਇੱਕ ਰੁੱਖ 'ਤੇ ਬੈਠੇ ਸੈਂਕੜੇ ਤੋਤਿਆਂ ਨੂੰ ਵੇਖਿਆ। ਉਸ ਨੂੰ ਆਪਣੇ ਤੋਤੇ ਦਾ ਸੰਦੇਸ਼ ਯਾਦ ਆ ਗਿਆ। ਉਹ ਸੌਦਾਗਰ ਨੇ ਕਿਹਾ, ਤੋਤਿਓ, ਤੁਹਾਡਾ ਵਿਛੜਿਆ ਪਰਦੇਸੀ ਵੀਰ ਤੁਹਾਨੂੰ ਸਲਾਮ ਕਹਿੰਦਾ ਸੀ। ਇਹ ਸੁਣਦੇ ਹੀ ਸਾਰੇ ਤੋਤੇ ਰੁੱਖ ਤੋਂ ਥੱਲੇ ਡਿੱਗਣੇ ਸ਼ੁਰੂ ਹੋ ਗਏ। ਵੇਖਦਿਆਂ ਵੇਖਦਿਆਂ ਰੁੱਖ ਦੇ ਥੱਲੇ ਮਰੇ ਤੋਤਿਆਂ ਦਾ ਢੇਰ ਲੱਗ ਗਿਆ। ਸੌਦਾਗਰ ਤੋਤਿਆਂ ਦੀ ਮੌਤ ਵੇਖ ਕੇ ਹੈਰਾਨ ਹੋ ਗਿਆ, ਪਰ ਉਸਨੇ ਆਖਿਰ ਇਹ ਗੱਲ ਆਈ ਗਈ ਕਰ ਦਿੱਤੀ ਔਰ ਆਪਣੇ ਵਪਾਰ ਵਿੱਚ ਰੁੱਝ ਗਿਆ। ਜਦੋਂ ਕੁਝ ਸਮੇਂ ਬਾਅਦ ਆਪਣੇ ਦੇਸ਼ ਵਾਪਸ ਗਿਆ, ਘਰ ਗਿਆ, ਤਾਂ ਜਾਂਦਿਆਂ ਹੀ ਤੋਤੇ ਨੇ ਕਿਹਾ, ਮਾਲਕ ਆਓ ਜੀ ਆਇਆਂ ਨੂੰ। ਕਹਿੰਦੇ ਸੁਣਦਿਆਂ ਹੀ ਉਹਨੂੰ ਬੀਤੀ ਗੱਲ ਯਾਦ ਆ ਗਈ। ਇਸ ਨੇ ਤੋਤੇ ਨੂੰ ਕਿਹਾ, ਤੂੰ ਕਿਹੋ ਜਿਹੀ ਸਲਾਮ ਭੇਜੀ ਆਪਣੇ ਭਰਾਵਾਂ ਨੂੰ? ਮੈਂ ਤੋਤਿਆਂ ਨੂੰ ਸਲਾਮ ਕਹੀ, ਸੁਣਦੇ ਹੀ ਸੈਂਕੜੇ ਤੋਤੇ ਮਰ ਗਏ। ਇਹ ਗੱਲ ਸੁਣਦਿਆਂ ਹੀ ਉਹ ਤੋਤਾ ਵੀ ਮੁਰਦਾ ਹੋ ਗਿਆ। ਸੌਦਾਗਰ ਨੂੰ ਉਹ ਸਾਰਾ ਦ੍ਰਿਸ਼ ਯਾਦ ਆ ਗਿਆ ਜੋ ਉਹਨੇ ਹਿੰਦੁਸਤਾਨ ਵਿੱਚ ਵੇਖਿਆ ਸੀ, ਅਤੇ ਛੇਤੀ ਨਾਲ ਉਸਨੇ ਪਿੰਜਰਾ ਖੋਲ੍ਹ ਕੇ ਤੋਤਾ ਬਾਹਰ ਕੱਢਿਆ। ਵੇਖਿਆ ਤੋਤਾ ਤਾਂ ਮੁਰਦਾ ਸੀ। ਬੜਾ ਅਫਸੋਸ ਹੋਇਆ, ਪਰ ਕੀ ਹੋ ਸਕਦਾ ਸੀ। ਉਸਨੇ ਮਰੇ ਤੋਤੇ ਨੂੰ ਇੱਕ ਪਾਸੇ ਰੱਖ ਦਿੱਤਾ ਅਤੇ ਕਹਿਣ ਲੱਗਾ, ਮੈਂ ਉਸ ਘਟਨਾ ਤੋਂ ਸਿੱਖਿਆ ਲੈਂਦਾ ਤਾਂ ਉਹਨਾਂ ਤੋਤਿਆਂ ਦੀ ਗੱਲ ਇਹਨੂੰ ਨਹੀਂ ਸੀ ਦੱਸਣੀ। ਨੌਕਰ ਨੂੰ ਕਹਿਣ ਲੱਗਾ, ਇਹਨੂੰ ਬਾਹਰ ਸੁੱਟਿਆ। ਪਰ ਨੌਕਰ ਦੇ ਚੁੱਕਣ ਤੋਂ ਪਹਿਲਾਂ ਹੀ ਤੋਤੇ ਨੇ ਅੱਖ ਖੋਲ੍ਹੀ, ਉਡਾਰੀ ਮਾਰੀ, ਘਰ ਵਿੱਚ ਲੱਗੇ ਰੁੱਖ 'ਤੇ ਜਾ ਬੈਠਾ। ਕਹਿਣ ਲੱਗਾ, ਮਾਲਕ, ਮੈਂ ਆਪਣੇ ਦੇਸ਼ ਜਾ ਰਿਹਾ। ਮੇਰੇ ਵੱਲੋਂ ਸਲਾਮ ਅਤੇ ਸਾਥੀ ਤੋਤਿਆਂ ਦਾ ਸੰਦੇਸ਼ ਵਾਪਸ ਪਹੁੰਚਾਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ। ਮਾਲਕ ਨੂੰ ਹੁਣ ਹੋਸ਼ ਆਈ। ਪੁੱਛਿਆ ਕਿ ਕੈਸਾ ਸੰਦੇਸ਼ਾ? ਉਹ ਤਾਂ ਮਰ ਗਏ ਸਨ, ਤੂੰ ਸੰਦੇਸ਼ਾ ਦਿੱਤਾ ਸੀ, ਉਹਨਾਂ ਤਾਂ ਕੋਈ ਸੰਦੇਸ਼ਾ ਭੇਜਿਆ ਹੀ ਨਹੀਂ। ਤੋਤੇ ਨੇ ਕਿਹਾ, ਉਹਨਾਂ ਸੰਦੇਸ਼ਾ ਭੇਜਿਆ ਸੀ, ਤੂੰ ਨਹੀਂ ਸਮਝਿਆ, ਪਰ ਮੈਂ ਸਮਝ ਗਿਆ ਹਾਂ। ਉਹੀ ਸੰਦੇਸ਼ਾ ਮੇਰੀ ਮੁਕਤੀ ਦਾ ਕਾਰਨ ਬਣਿਆ। ਉਹਨਾਂ ਮੁਰਦਾ ਹੋ ਕੇ ਸੰਦੇਸ਼ਾ ਭੇਜਿਆ ਕਿ ਜੇ ਤੂੰ ਪਿੰਜਰੇ 'ਚੋਂ ਮੁਕਤ ਹੋਣਾ ਚਾਹੁੰਦਾ ਹੈ ਤਾਂ ਜਿਉਂਦਾ ਹੀ ਮੁਰਦਾ ਹੋ ਜਾ। ਬਸ ਮੈਂ ਇਸ ਗੱਲ ਨੂੰ ਸਮਝ ਗਿਆ ਅਤੇ ਜਿਉਂਦਾ ਮਰ ਕੇ ਮੈਂ ਮੁਕਤ ਹੋ ਗਿਆ, ਪਿੰਜਰੇ ਦੀ ਕੈਦ 'ਚੋਂ ਬਾਹਰ ਨਿਕਲ ਆਇਆ। ਗੁਰੂ ਅੰਗਦ ਦੇਵ ਜੀ ਸਾਨੂੰ ਇਹੀ ਗੁਰ ਸਮਝਾ ਰਹੇ ਹਨ ਕਿ ਮੁਰਦੇ ਵਰਗਾ ਹੋ ਜਾ। ਜੇ ਮਰਨਾ ਹੀ ਮੁਕਤੀ ਹੈ ਤਾਂ ਫਿਰ ਮਰ ਤਾਂ ਸਾਰਾ ਜਗਤ ਹੀ ਰਿਹਾ ਹੈ, ਸਾਰੀ ਦੁਨੀਆ ਮਰਦੀ ਪਈ ਹੈ। ਚੱਲੀਏ ਦਾ ਅਰਥ ਸਮਝਣ ਵਾਲਾ ਹੈ। ਇਸ ਦਾ ਅਰਥ ਹੈ ਤੁਰਨਾ। ਗੁਰੂ ਨਾਲ ਜੇ ਪ੍ਰੇਮ ਹੈ ਤਾਂ ਗੁਰੂ ਦੀ ਰਜ਼ਾ ਵਿੱਚ ਤੁਰਨਾ। ਜੇ ਅੱਗੇ ਹੋ ਕੇ ਹੁਕਮ ਵਿੱਚ ਜੀਵੇਂ ਤਾਂ ਅਸੀਂ ਸਨਮੁਖ ਹਾਂ, ਜੇ ਪਿੱਛੇ ਹੋ ਕੇ ਜੀਵੇਂ ਭਾਵ ਹੁਕਮ ਤੋਂ ਪਿੱਛੇ ਹਟ ਕੇ ਜੀਵੇਂ ਤਾਂ ਮਨਮੁਖ ਹੋ ਕੇ ਜੀਵੇਂ। ਇਹੋ ਹੀ ਗੱਲ ਗੁਰੂ ਅੰਗਦ ਦੇਵ ਜੀ ਨੇ ਭਾਈ ਜੀਵੇ ਨੂੰ ਕਹੀ ਸੀ ਕਿ ਭਾਈ ਜੀਵਾ, ਤੂੰ ਅੱਜ ਸਵੇਰੇ ਕਹਿ ਰਿਹਾ ਸੀ ਕਿ ਹੇ ਪਰਮਾਤਮਾ, ਜੇ ਮੇਰਾ ਗੁਰੂ ਸਮਰੱਥ ਹੈ ਤਾਂ ਹਨੇਰੀ ਹਟ ਜਾਏ, ਮੈਂ ਖਿਚੜੀ ਬਣਾ ਲਵਾਂ। ਤੂੰ ਗੁਰੂ ਨੂੰ ਪ੍ਰੀਖਿਆ ਵਿੱਚ ਪਾਇਆ, ਇਹ ਖਿਚੜੀ ਅੱਜ ਅਸੀਂ ਨਹੀਂ ਖਾਵਾਂਗੇ। ਤੇਰੀ ਇਹ ਖਿਚੜੀ ਦੇ ਵਿੱਚ ਸ਼ੱਕ ਪੈ ਗਿਆ, ਇਸ ਵਿੱਚ ਸ਼ਰਧਾ ਨਹੀਂ ਰਹੀ, ਪਿਆਰੇ ਦੀ ਪ੍ਰੀਖਿਆ ਨਹੀਂ ਲੈਣੀ,
ਉਸ ਅੱਗੇ ਤਾਂ ਮਿਟ ਕੇ ਚੱਲਣਾ ਹੈ। ਇਸ ਸ਼ਲੋਕ ਨੇ ਇਹ ਸਪਸ਼ਟ ਕਰ ਦਿੱਤਾ, ਜੋ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਅਸਲ ਦੇ ਵਿੱਚ ਮਰਨਾ ਕੀ ਹੈ, ਕਿ ਜਿਸ ਪਿਆਰੇ ਦੇ ਨਾਲ ਪਿਆਰ ਹੈ ਉਸ ਦੇ ਹੁਕਮ ਦੇ ਵਿੱਚ ਹਉਮੈ ਮਿਟਾ ਕੇ ਤੁਰਨਾ ਚਾਹੀਦਾ ਹੈ, ਭਾਵ ਕਿ ਰਜਾ ਵਿਚਕਾਰ ਕਰਨੀ ਚਾਹੀਦੀ ਹੈ। ਉਸ ਦੇ ਹੁਕਮ ਤੋਂ ਮੂੰਹ ਮੋੜ ਕੇ ਜਿਉਣਾ ਤਾਂ ਲਾਹਣਤ ਯੋਗ ਹੈ, ਫਿਟਕਾਰ ਯੋਗ ਹੈ। ਪਿਆਰੇ ਤੋਂ ਪਹਿਲਾਂ ਸਰੀਰ ਛੱਡ ਦੇਣਾ ਸਿੱਖੀ ਨਹੀਂ, ਬਲਕਿ ਪਿਆਰੇ ਦੀ ਰਜਾ ਦੇ ਵਿੱਚ ਜਿਉਣਾ ਸਿੱਖੀ ਹੈ। ਮਰਨਾ ਜਿਉਣਾ ਸਾਡੇ ਹੱਥ ਵਿੱਚ ਨਹੀਂ, ਅਸੀਂ ਤਾਂ ਉਸ ਦੀ ਰਜਾ ਦੇ ਵਿੱਚ ਰਹਿਣਾ ਹੈ। ਜੇ ਰਹੀਏ ਤਾਂ ਹੀ ਅਸੀਂ ਸਿੱਖ ਹਾਂ। ਇਹ ਸ਼ਲੋਕ ਗੁਰੂ ਅੱਗੇ ਮਿਟ ਕੇ ਚੱਲਣ ਦਾ ਉਪਦੇਸ਼ ਦਿੰਦਾ ਹੈ ਕਿ ਆਪਣੀ ਹਉਮੈ ਨੂੰ ਮਾਰ, ਹੰਗਤਾਂ ਨੂੰ ਮਾਰ, ਗੁਰੂ ਦੀ ਆਗਿਆ ਦੇ ਵਿੱਚ ਚੱਲ, ਤਾਂ ਹੀ ਗੁਰੂ ਦੀ ਕਿਰਪਾ ਦਾ ਪਾਤਰ ਬਣੇਗਾ।